हाँ जी, गुड मॉर्निंग ਸਾਰਿਆਂ ਨੂੰ। ਅੱਜ ਅਸੀਂ ਕਲਾਸ 10th ਦਾ ਜੋ ਸੈਕੰਡ ਕੁਐਸਚਨ ਪੇਪਰ ਸ਼ੁਰੂ ਕੀਤਾ ਵਾ ਉਸ ਦਾ ਅਸੀਂ ਸੈਕੰਡ ਪਾਰਟ ਹੈ ਸ਼ੁਰੂ ਕਰਨ ਲੱਗੇ ਵੇ। ਸੈਕੰਡ ਕੁਐਸਚਨ ਪੇਪਰ ਅਸੀਂ ਸ਼ੁਰੂ ਕੀਤਾ ਤਾਂ ਉਸ ਦੇ ਵਿੱਚ ਅਸੀਂ ਕੱਲ 10 MCQ ਸੋਲਵ ਕੀਤੇ ਵੇ। ਅੱਜ ਅਸੀਂ ਜਿਹੜੇ ਨੈਕਸਟ 10 MCQ ਹੈ ਉਹ ਸੋਲਵ ਕਰਨਾ ਤੇ ਸਾਡੇ ਸੈਕੰਡ ਕੁਐਸਚਨ ਪੇਪਰ ਦਾ ਜੋ 20 MCQ ਹੈ ਉਹ ਖਤਮ ਹੋਏ ਨੇ। ਫਿਰ ਅਸੀਂ ਉਸ ਦੇ ਵਿੱਚ ਅੱਗੇ ਕੁਐਸਚਨ ਕਰਾਂਗੇ। ਮੈਂ ਤੁਹਾਨੂੰ ਕਿਹਾ ਤਾਂ ਜਿਹੜੇ ਸਾਰੇ ਕੁਐਸਚਨ ਆਨਸਰਸ ਹੈ ਇਹ ਕਲਾਸ 10th ਵਾਸਤੇ, ਪੰਜਾਬ ਬੋਰਡ ਵਾਸਤੇ, CBSE ਵਾਸਤੇ, ਸਟੈਂਡਰਡ ਵਾਸਤੇ, ਬੇਸਿਕ ਲੈਵਲ ਵਾਸਤੇ ਸਭ ਤੋਂ ਇੰਪੋਰਟੈਂਟ ਤੇ ਰੀਸੈਂਟ ਈਅਰ ਦੇ ਵਿੱਚ ਸਭ ਤੋਂ ਜ਼ਿਆਦਾ ਐਕਸਪੈਕਟਡ ਕੁਐਸਚਨਸ ਹੈ ਜਿਹੜੇ ਆ ਸਕਦੇ। ਠੀਕ ਹੈ, ਤੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਤਾਂ ਇਸ ਚੈਨਲ ਨੂੰ ਸ਼ੇਅਰ ਕਰੋ, ਇਸ ਵੀਡੀਓ ਨੂੰ ਲਾਈਕ ਕਰੋ, ਇਸ ਚੈਨਲ ਨੂੰ ਸ਼ੇਅਰ ਐਂਡ ਸਬਸਕ੍ਰਾਈਬ ਕਰੋ। ਅਤੇ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਲੱਗਦੇ ਜਾਂ ਕੋਈ ਤੁਹਾਨੂੰ ਕਨਸੈਪਟ 'ਚ ਪ੍ਰੋਬਲਮ ਤਾਂ ਮੈਨੂੰ ਕਮੈਂਟ ਕਰੋ ਤਾਂ ਕਿ ਮੈਂ ਤੁਹਾਨੂੰ ਦੁਬਾਰਾ ਤੋਂ ਕਨਸੈਪਟ ਸਮਝਾ ਸਕਾਂ। ਅਤੇ ਇਸੇ ਤਰੀਕੇ ਦੇ ਹੋਰ ਨਵੀਂ ਵੀਡੀਓ ਪ੍ਰਾਪਤ ਕਰਨ ਵਾਸਤੇ ਤੁਸੀਂ ਇਸ ਚੈਨਲ ਦੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਤੁਹਾਨੂੰ ਇਸੇ ਤਰੀਕੇ ਨਾਲ ਨਵੀਂ ਤੋਂ ਨਵੀਂ ਵੀਡੀਓ ਪ੍ਰਾਪਤ ਹੋ ਜਾਊਗੀ। ਤਾਂ ਅਸੀਂ ਅੱਜ ਸ਼ੁਰੂ ਕਰਦੇ ਹਾਂ। ਅੱਜ ਅਸੀਂ ਸਾਡੇ 5 MCQ ਹੋ ਗਏ ਇਹ ਕਰਨੇ, ਫਿਰ ਉਸ ਤੋਂ ਬਾਅਦ ਫਿਰ ਅਸੀਂ 10 MCQ ਹੈ ਜਿਹੜੇ ਅੱਜ ਸੋਲਵ ਕਰਨੇ। ਤਾਂ ਸਾਡਾ ਸਭ ਤੋਂ ਪਹਿਲਾ ਜਿਹੜਾ 11th MCQ ਹੈ, ਤੁਹਾਨੂੰ ਮੈਂ ਜਿੰਨੇ ਵੀ ਕੱਲ MCQ ਕਰਾਏ ਤੇ ਉਹ ਸਿੰਪਲ ਵੇ ਨਾਲ ਕੋਸ਼ਿਸ਼ ਕੀਤੀ ਸੀ ਕਿ ਸੌਖੇ ਤੋਂ ਸੌਖੇ ਤਰੀਕੇ ਦੇ ਨਾਲ ਹੋ ਸਕੇ। ਤੇ ਉਸ ਦੇ ਵਿੱਚ ਇਹ ਦੱਸਿਆ ਤਾਂ ਕਿ ਤੁਹਾਨੂੰ ਲਿਖਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਨੂੰ ਤਾਂ ਸਿਰਫ MCQ 'ਚ ਟਿਕ ਲਗਾਉਣਾ ਪੈਣਾ। ਇਸ ਖਾਤਰ ਤੁਸੀਂ ਸ਼ੋਰਟੈਸਟ ਮੈਥਡ ਵੀ ਉੱਥੇ ਯੂਜ਼ ਕਰ ਸਕਦੇ। ਤਾਂ ਅਸੀਂ ਅੱਜ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈ 11ਵੇਂ ਸ਼ੁਰੂ ਕਰਨ ਲੱਗੇ ਵੇ, ਜਿਸ ਦਾ ਸਮ ਆਫ -6 + 0 + 6 + 13। ਕਹਿੰਦੇ ਸਾਡੇ ਪਾਸ ਇੱਕ ਟਰਮ ਹੈ -6 ਫਿਰ 0 6 ਐਦਾਂ ਦੀਆਂ 13 ਟਰਮਾਂ ਹੈ। 13 ਟਰਮ ਹੈ, ਮਤਲਬ n ਕਿੰਨਾ 13 ਦਿੱਤਾ ਵਾ ਤੇ ਅਸੀਂ ਉਹਨਾਂ ਦਾ ਸਮ ਪਤਾ ਕਰਨਾ। ਸਾਨੂੰ ਮਾਲੂਮ ਹੈ ਕਿ ਇਹ ਦੇਖ ਕੇ ਕੀ ਲੱਗ ਰਿਹਾ, AP ਲੱਗ ਰਹੀ ਜਿਸ ਪਹਿਲੀ ਟਰਮ ਕਿਆ ਦਿੱਤੀ ਵੀ -6। ਕਾਮਨ ਡਿਫਰੈਂਸ ਕਿੰਨਾ ਹੁੰਦਾ? ਕਾਮਨ ਡਿਫਰੈਂਸ ਹੁੰਦਾ ਦੂਜੀ ਟਰਮ ਚੋਂ ਪਹਿਲੀ ਟਰਮ -1। ਤਾਂ ਦੂਜੀ ਟਰਮ ਕਿਆ ਹੈ 0, ਪਹਿਲੀ ਟਰਮ ਕਿਆ ਹੈ -6, ਮਾਈਨਸ ਕਿਆ ਹੁੰਦਾ ਪਲੱਸ, ਤੇ 0 ਤੇ 6 ਕਿੰਨਾ ਹੋ ਗਿਆ ਸਾਡੇ ਵਾਸਤੇ 6 ਹੋ ਗਿਆ। ਤਾਂ ਇਸ ਦਾ ਮਤਲਬ ਕਿ ਕਾਮਨ ਡਿਫਰੈਂਸ ਤੇ ਪਹਿਲੀ ਟਰਮ ਆ ਗਈ ਤੇ ਕਿੰਨੀਆਂ ਟਰਮਾਂ ਦਾ ਸਮ ਪਤਾ ਕਰਨ ਨੂੰ ਕਿਹਾ ਵਾ 13 ਟਰਮਾਂ ਦਾ ਸਮ ਪਤਾ ਕਰਨ ਨੂੰ ਕਿਹਾ ਵਾ। ਤਾਂ S13 ਦਾ ਫਾਰਮੂਲਾ ਲਾ ਦਿੰਦੇ। ਫਾਰਮੂਲਾ ਹੁੰਦਾ n/2 2a + n - 1 * d। ਠੀਕ ਹੈ, ਤਾਂ ਲਾਓ ਇਹਦੇ ਵਿੱਚ n ਕਿੰਨਾ ਹੈ 13/2 2 * a ਕਿੰਨਾ ਹੈ -6 + n ਕਿੰਨਾ ਹੈ 13 - 1 * d ਕਿੰਨਾ ਆ ਗਿਆ ਸਾਡੇ ਵਾਸਤੇ 6 ਆ ਗਿਆ। 13/2 ਇਹ ਕਿੰਨਾ ਆ ਗਿਆ -12। 13 - 1 12, 12 * 6 ਕਿੰਨਾ ਹੋ ਗਿਆ? ਤਾਂ 13/2 ਇਹ ਆ ਗਿਆ ਸਾਡੇ ਪਾਸ। ਤਾਂ ਦੇਖੀਏ 13/2 ਇਹ ਕਿੰਨਾ ਆ ਗਿਆ 16। ਤੇ 16 ਨੂੰ ਇਹਦੇ ਨਾਲ ਕਿੰਨੇ ਪਰ ਕੱਟਦਾ 13 ਪਰ। ਤਾਂ 13 * 3 ਕਿੰਨਾ ਹੁੰਦਾ 39 ਤੇ ਨਾਲ ਆ ਗਈ ਕਿ 0। 390 ਸਾਡੇ ਪਾਸ ਆਂਸਰ ਆ ਗਿਆ। ਦੇਖੋ 1 ਸੈਕਿੰਡ ਨਹੀਂ ਲੱਗਿਆ ਮਤਲਬ 1 ਮਿੰਟ ਵੀ ਲੱਗਿਆ ਸੋਲਵ ਕਰਨ ਵਾਸਤੇ। ਮਸਲ ਕਨਸੈਪਟ ਪਤਾ ਹੋਣਾ ਚਾਹੀਦਾ। a ਕਿੰਨਾ ਹੈ -6, ਫਿਰ d ਪਤਾ ਕੀਤਾ, n ਸਾਨੂੰ ਗਿਵਨ, sn ਦਾ ਫਾਰਮੂਲਾ ਲਾਇਆ ਤੇ ਸਾਡੇ ਪਾਸ ਕਿੰਨਾ ਆ ਗਿਆ ਸਮ 390 ਆ ਗਿਆ ਜੋ ਸਾਡੇ ਵਾਸਤੇ ਫਸਟ ਆਪਸ਼ਨ ਕੀ। ਤਾਂ ਸਾਡੇ ਕੋਲ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਫਸਟ ਆਪਸ਼ਨ ਆ ਗਈ। ਠੀਕ ਹੈ ਜੀ, ਇਸੇ ਤਰੀਕੇ ਨਾਲ ਸੈਕੰਡ ਕੁਐਸਚਨ ਕਰਦੇ ਹਾਂ। ਸੈਕੰਡ ਕੁਐਸਚਨ ਕੀ ਕਹਿ ਰਿਹਾ, ਕਹਿੰਦੇ ਫਰੋਮ Q the length of tangent। ਕਹਿੰਦੇ Q ਕੋਈ ਵੀ ਪੁਆਇੰਟ ਹੈ, ਉੱਥੋਂ ਅਸੀਂ ਇਸ ਸਰਕਲ ਪਰ ਟੈਂਜੈਂਟ ਡਰਾ ਕੀਤੀ ਤੇ ਟੈਂਜੈਂਟ ਦੀ ਲੈਂਥ ਕਿੰਨੀ ਦਿੱਤੀ ਵੀ ਸਾਨੂੰ 12। ਟੈਂਜੈਂਟ ਦੀ ਲੈਂਥ ਕਿੰਨੀ ਦਿੱਤੀ ਵੀ 12 ਦਿੱਤੀ ਵੀ। the distance of Q from center। ਕਹਿੰਦੇ ਅਗਰ ਇਹੀ Q ਦੀ ਦੂਰੀ ਸੈਂਟਰ ਤੋਂ ਦੇਖੀਏ ਤਾਂ ਸਾਨੂੰ ਕਿੰਨੀ ਦਿੱਤੀ ਵੀ 15। ਕਿੰਨੀ ਦਿੱਤੀ ਵੀ 15। ਤਾਂ ਸਾਨੂੰ ਰੇਡੀਅਸ ਪੁੱਛਿਆ ਵਾ, ਕਿਆ ਪੁੱਛਿਆ ਵਾ? ਰੇਡੀਅਸ ਪੁੱਛਿਆ ਵਾ। ਇਹਨੂੰ ਅਸੀਂ r ਮੰਨ ਲਦੇ ਆ ਤੇ ਸਾਨੂੰ ਮਾਲੂਮ ਹੈ ਕਿ ਰੇਡੀਅਸ ਟੈਂਜੈਂਟ ਨਾਲ ਕਿੰਨਾ ਐਂਗਲ ਬਣਾਉਂਦਾ ਹੁੰਦਾ 90 ਡਿਗਰੀ ਐਂਗਲ ਬਣਾਉਂਦਾ ਹੁੰਦਾ। ਤਾਂ ਸਾਡਾ ਕੁਐਸਚਨ ਹੈ ਕਿ ਅਸੀਂ ਇਹ ਰੇਡੀਅਸ ਪਤਾ ਕਰਨਾ। ਦੇਖੋ ਅਗਰ ਅਸੀਂ ਇੱਥੇ ਪਾਈਥਾਗੋਰਸ ਲਗਾਈਏ ਤਾਂ ਪਾਈਥਾਗੋਰਸ ਦੇ ਅਕੋਰਡਿੰਗ ਕੀ ਹੁੰਦਾ ਸਾਨੂੰ ਪਤਾ ਹੈ 90 ਹੈ। ਤਾਂ 90 ਦੇ ਸਾਹਮਣੇ ਹੋਗੀ ਹਾਈਪੋਟੇਨਿਊਸ ਉਹ Q ਦਾ ਸਕੁਅਰ ਜੋ ਕਿਆ ਹੋਣਾ ਉਹ r ਦਾ ਸਕੁਅਰ, ਫਿਰ ਨਾਲ ਕਿਆ ਹੋਣਾ r Q ਦਾ ਸਕੁਅਰ। ਇਹੀ ਮੈਥਡ ਸਭ ਤੋਂ ਵਧੀਆ ਲੱਗ ਰਿਹਾ। ਤਾਂ OQ ਸਾਨੂੰ ਮਾਲੂਮ ਹੈ ਕਿੰਨਾ ਹੈ 15 ਦਾ ਸਕੁਅਰ, ਉਹ r ਅਸੀਂ ਪਤਾ ਕਰਨਾ ਤੇ RQ ਕਿੰਨਾ ਹੈ 12 ਦਾ ਸਕੁਅਰ। ਤਾਂ 15 ਦਾ ਸਕੁਅਰ ਹੁੰਦਾ 225, 12 ਦਾ ਸਕੁਅਰ ਉਧਰ ਆ ਕੇ ਕਿਆ ਹੋ ਗਿਆ ਮਾਈਨਸ ਜੋ ਕਿਹਦੇ ਬਰਾਬਰ ਆ ਗਿਆ OR ਦਾ ਸਕੁਅਰ। ਤਾਂ OR ਕਿੰਨਾ ਆ ਗਿਆ OR ਦਾ ਸਕੁਅਰ, ਇਹਨੂੰ ਮਾਈਨਸ ਕਰਕੇ 81। ਤਾਂ OR ਕਿੰਨਾ ਆ ਗਿਆ ਸਾਡੇ ਵਾਸਤੇ 9 ਸੈਂਟੀਮੀਟਰ। ਤਾਂ OR ਕਿੰਨਾ ਆ ਗਿਆ ਸਾਡੇ ਵਾਸਤੇ 9 ਸੈਂਟੀਮੀਟਰ। ਦੇਖੋ ਅਗਰ ਇਸ ਕੁਐਸਚਨ ਨੂੰ ਹੋਰ ਸੌਖੇ ਤਰੀਕੇ ਨਾਲ ਕਰਨਾ ਹੋਵੇ ਨਾ ਤਾਂ ਸਭ ਤੋਂ ਈਜ਼ੀ ਤਰੀਕਾ ਆ ਸਾਡੇ ਕੋਲ 90 ਹੈ। 90 ਦੇ ਸਾਹਮਣੇ ਕੀ ਹੁੰਦਾ ਸਾਨੂੰ ਪਤਾ ਹਾਈਪੋਟੇਨਿਊਸ। ਤੇ ਰਾਈਟ ਐਂਗਲ ਟ੍ਰਾਇੰਗਲ ਦੀ ਸਭ ਤੋਂ ਬੜੀ ਸਾਈਡ ਕਿਹੜੀ ਹੁੰਦੀ ਹਾਈਪੋਟੇਨਿਊਸ। ਸਭ ਤੋਂ ਬੜੀ ਸਾਈਡ ਕੀ ਹੁੰਦੀ ਹਾਈਪੋਟੇਨਿਊਸ। ਇਸ ਦਾ ਮਤਲਬ ਕਿ ਅਗਰ ਸਾਡੀ ਸਭ ਤੋਂ ਬੜੀ ਸਾਈਡ ਹਾਈਪੋਟੇਨਿਊਸ ਹੈ ਤਾਂ ਇਸ ਦਾ ਮਤਲਬ ਆਹ ਸਾਈਡ ਸਭ ਤੋਂ ਬੜੀ ਹੋਣੀ ਤਾਂ ਆਹ ਛੋਟੀ ਹੋਣੀ, ਆ ਵੀ ਕਿਆ ਹੋਣੀ ਛੋਟੀ ਹੋਣੀ। ਤਾਂ ਇਸ ਦਾ ਮਤਲਬ ਅਗਰ ਆਹ 15 ਹੈ ਤਾਂ ਆਹ 12 ਹੈ ਤਾਂ ਇਹ 15 ਦਾ ਹੋ ਨਹੀਂ ਸਕਦਾ।
15 ਤੇ ਘੱਟ ਹੋਣ ਤੇ ਨਾ ਹੀ ਇਹ 12 ਹੋ ਸਕਦਾ। ਤਾਂ ਅਗਰ ਦੇਖੀਏ ਤਾਂ ਨਾ ਇਹ 15 ਹੋ ਸਕਦਾ, ਨਾ ਇਹ 12 ਹੋ ਸਕਦਾ। ਹੁਣ ਇਹ ਕਿਹਾ 15 ਤੇ ਤਾਂ ਘੱਟ ਹੋਣਾ, ਤਾਂ ਨਾ ਤਾਂ ਇਹ ਹੋ ਸਕਦਾ। ਸਿੱਧਾ ਅਸੀਂ ਅਗਰ ਡਾਇਰੈਕਟ ਦੇਖੀਏ ਤਾਂ ਸਾਡੀ ਸਾਈਡ ਕਿੰਨੀ ਆਣੀ ਚਾਹੀਦੀ, 9 ਆਣੀ ਚਾਹੀਦੀ। ਅਤੇ ਅਸੀਂ ਬਿਨਾਂ ਸੋਲਵ ਕੀਤੇ, ਬਿਨਾਂ ਪੈਨ ਚੱਕੇ ਅਸੀਂ ਦੱਸ ਸਕਦੇ ਕਿ ਸਾਡਾ ਜੋ ਆਨਸਰ ਹੈ ਕਿੰਨਾ ਆ ਗਿਆ, 9 ਸੈਂਟੀਮੀਟਰ ਆ ਗਿਆ, ਜੋ ਸਾਡਾ ਸੈਕਿੰਡ ਕੁਐਸਚਨ ਹੈ। ਇਸੇ ਤਰੀਕੇ ਦੇ ਨਾਲ ਅੱਜ ਅਸੀਂ ਤੀਸਰਾ ਕੁਐਸਚਨ ਆਪਣਾ ਦੇਖ ਰਹੇ ਹਾਂ। अगर ਤੁਹਾਨੂੰ क्वेश्चन है उसका जो वे ਵਧੀਆ ਲੱਗਿਆ, ਇਹ 9 ਸੈਂਟੀਮੀਟਰ ਕਿੱਦਾਂ ਆਇਆ, ਜੇ ਤੁਹਾਨੂੰ ਇਸ ਟਾਈਪ ਦੇ ਕੁਐਸਚਨ ਵਧੀਆ ਲੱਗੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਕਲਿੱਕ ਕਰਿਓ। द मीन ऑफ फर्स्ट 10 ओड नंबर, कहते पहले 10 ओड नंबर, तो पहला ओड नंबर 3, अगला 3, अगला 5, अगला 7 तो लैके ਜਿਹੜੇ पहले 10 ओड नंबर है इनका मीन दसो। तो मीन क्या ਹੁੰਦਾ, मीन ਹੁੰਦਾ ਇਹਨਾਂ ਸਾਰੀ ਟਰਮਾਂ ਦਾ ਸਮ ਤੇ ਕਿੰਨੀਆਂ ਟਰਮਾਂ ਦੀਆਂ 10 ਸੀ ਤਾਂ 10 ਨਾਲ ਅਸੀਂ ਕੀ ਕਰਤਾ ਡਿਵਾਈਡ ਕਰਤਾ। ਹੁਣ ਇਹਦਾ ਸਮ ਪਤਾ ਕਰਦੇ ਆ ਪਹਿਲਾਂ, ਆਹ ਸਮ तो ਅਸੀਂ अगर देखिए जवानी बच्चे कर लेते 1 + 3 हो गया 4, 4 + 5 हो गया 9, 9 + 7 हो गया 16, ये भी ठीक है। लेकिन अगर ये देखिए इतने SN का फॉर्मूला लग सकता क्योंकि ईजी लिख रहा है, क्या गई साडे वास्ते, ये साडे वास्ते एक AP का काम करया करदे ते ਅਸੀਂ ਪਹਿਲਾਂ ਇਹ ਕਰਦੇ ਉੱਪਰ ਵਾਲੀ ਟਰਮ ਦੇ ਪਤਾ ਕਰਦੇ 1 + 5 + 7 + ਲੈके 10 ਟਰਮਾਂ ਦਾ ਸਮ ਪਤਾ ਕਰਦੇ ਤਾਂ SN ਦਾ ਸਿੱਧਾ ਫਾਰਮੂਲਾ ਲਾਣਾ ਬਿਨਾਂ ਸੋਲਵ ਕੀਤੇ, क्या ਹੁੰਦਾ n/2 n कितना है 10, क्योंकि मैं ਤੁਹਾਨੂੰ पहले ही MCQ ਚ कैलकुलेशन सोल्व ਨੂੰ ਧਿਆਨ ਦੇਖਦੇ आंसर पर ध्यान देते, इसका तरफ से सीधा आंसर आंदे n कितना कितनी टर्म है 10/2 2 into ए आप देखो फर्स्ट टर्म क्या है 1 प्लस n कितना है 10 माइनस 1 into d, डिफरेंस कितना है 3 च 2 एक गया कितना ਦਾ डिफरेंस है 2 ਦਾ। ਤਾਂ ਅਸੀਂ ਲੈਂਦੇ 10/2 ਕਿੰਨਾ ਆ ਗਿਆ 5 2 10 - 1 9 9 to 2 18 18 + 2 20 20 into 5 कितना आ गया 100 आ गया जी। तो साढ़े पास सम कितना आ गया 100 आ गया। तो मीन क्या ऊपर सम कितना आया 100 ते नीचे साढ़े पास कितनी टर्म आती 10, जिहदे विच पुट करना सम कितना आया 100 ते नीचे 10 कितना आ गया मीन 10 आ गया। 10 केड़ी ऑप्शन है जी, बी ऑप्शन है। तो ਅਸੀਂ क्या किया सब तो पहले सारा का सम किया ਅਤੇ मीन कितना आ गया साढ़े पास 10 आ गया, जो बहुत ही ज्यादा ईजी वे दे नाल तुहानूं दस्सिया गया। 14 क्वेश्चन साडे वास्ते क्या है, कहते a ते 18 दो नंबर है, उनका एलसीएम दिता वा a ते 18 नाम दे दो नंबर है, जिहदा एलसीएम दिता वा सानू 36, एचसीएफ कितना दिता वा 2। सानू मालूम है बिना सोल्व कीते एलसीएम इनटू एचसीएफ किहदे बराबर हुंदा, प्रोडक्ट ऑफ 2 नंबर दा एलसीएम कितना है 36, एचसीएफ 2। दो नंबर केड़े एक ए गा ते एक कितना है 18, ए दी वैल्यू पता करनी बहुत सौखा गा 36 into 2 18 उधर आके क्या हो गया डिवाइड 18 36 पर कटिया 2 2 into 2 4, बहुत ही ज्यादा जल्दी हो गया। ए दी वैल्यू कितनी आई 4 आई, मात्र 1 मिनट भी नहीं लगे, ठीक है कि नहीं। बस ਅਸੀਂ देखा एचसीएफ into एलसीएम = प्रोडक्ट ऑफ 2 नंबर्स ਹੁੰਦਾ ਤਾਂ ਉਸ ਨੂੰ ਅਸੀਂ ਦੇਖ ਲੈਂਦੇ ਹਾਂ। ਅਗਲਾ ਗਾ ਸਾਡੇ ਪਾਸ ਤਾਂ ਸਾਡਾ 15th क्वेश्चन क्या है, इन फिगर OA सानू 4 दिता वा, आ साडी फिगर है OA B C D, OA दिता वा 4 OB दिता वा 6 7.5 ते अगला दिता वा जी 5, ठीक है। ते सानू क्वेश्चन चाहे कि किस रूल नाल सिमिलर हो गया। देखो अगर तुसी किसी भी दो ट्रायंगल में सिमिलर करना चाहते तो अलग अलग रूल है SSS। ये SSS है कि जी तिन्ने साइडा प्रोपोर्शनल हो जाए, प्रोपोर्शनल। अगर मैं कहना सिमिलर करना दोहां नूं तां तिन्ने साइडा प्रोपोर्शनल होनी चाहिए। अगर मैं इन्हां नूं कॉन्ग्रेट करना चाहता तो तिन्ने साइडा इक्वल होनी चाहिए, ठीक है। तो अगर मैं इन्हां प्रोपोर्शनल करना चाहता तो सिमिलर करना चाहता तो मैं कहूँगा कि इहदी AB नाल इहदी DE इहदी BC नाल इहदी EF इहदी AC नाल इहदी AC नाल इहदी DF, ठीक है। ये प्रोपोर्शनल है ना कि बराबर, प्रोपोर्शनल है, ठीक है जी। क्या आ गया प्रोपोर्शनल गया ना कि बराबर है। तो ऐसे SSS एक होंदा AA अगर दो एंगल कोई बराबर हो जाए, एक होंदा SAS कि अगर दो साइडां प्रोपोर्शनल हो जाए तो उन्हां दो साइडां दे विचकार आने वाला एंगल इक्वल हो जाए। मान लो मैं आ वाली साइड
ਦੇ ਨਾਲ ਆਹ ਵਾਲੀ ਸਾਈਡ ਪ੍ਰਪੋਰਸ਼ਨਲ ਕੀਤੀ ਤਾਂ ਇਹਦਾ ਆਹ ਵਾਲਾ ਐਂਗਲ ਹੀ ਬਰਾਬਰ ਹੋਣਾ ਚਾਹੀਦਾ। ਅਗਰ ਆਹ ਦੋ ਸਾਈਡਾਂ ਪ੍ਰਪੋਰਸ਼ਨਲ ਕੀਤੀਆਂ ਤਾਂ ਆਹ ਵਾਲਾ ਐਂਗਲ ਹੀ ਬਰਾਬਰ ਹੋਣਾ ਚਾਹੀਦਾ, ਤਦ ਮੈਂ ਕਹਿ ਦੂੰਗਾ ਕਿ ਇਹ ਕਿਆ ਆ ਗਿਆ ਸਾਡੀਆਂ ਟ੍ਰਾਇੰਗਲਾਂ ਸਿਮਿਲਰ ਹੈ। ਤਾਂ ਇਹ 'ਚ ਦੇਖਿਆ ਜਾਵੇ ਕਿਹੜਾ ਰੂਲ ਲੱਗੂਗਾ। ਹੁਣ ਅਗਰ ਅਸੀਂ ਕੁਐਸਚਨ ਨੂੰ ਐਮਸੀਕਿਊ ਦੇ ਤੌਰ ਤੇ ਕਰਨਾ ਚਾਹੁੰਦੇ ਤਾਂ ਅਸੀਂ ਇਸ ਨੂੰ ਇਸ ਟਾਈਪ ਨਾਲ ਕਰਨਾ ਕਿ 1 ਸੈਕਿੰਡ 'ਚ ਹੋ ਜਾਵੇ। ਤਾਂ ਸਭ ਤੋਂ ਪਹਿਲਾਂ ਸਾਨੂੰ ਚਾਰੇ ਸਾਈਡ ਦਿੱਤੀ ਹੈ, ਇਹਦੇ ਵਿਚਕਾਰ ਆਹ ਦੋ ਟ੍ਰਾਇੰਗਲਾਂ ਨੂੰ ਸਿਮਿਲਰ ਕਰਨਾ ਸੀ, ਇੱਕ ਆਹ ਵਾਲੀ ਇੱਕ ਆਹ ਵਾਲੀ। ਸਿਰਫ ਬਿਨਾ ਪੈਨ ਚੱਕੇ ਦੇਖਿਆ ਇਹਨਾਂ ਦੋ ਸਾਈਡਾਂ ਇਹਨਾਂ ਦੇ ਦਿੱਤੇ ਹੋਏ ਹੈ, ਇਹਦੇ ਵਿਚਕਾਰ ਆਂਦਾ ਪਿਆ ਆਹ ਐਂਗਲ, ਇਹ ਦੋਨੇ ਦਾ ਬਰਾਬਰ ਹੈ ਕਾਹਤੇ ਕਿਉਂਕਿ ਵਰਟੀਕਲ ਆਪੋਜ਼ਿਟ ਹੈ, ਇਹ ਦੋਨੇ ਬਰਾਬਰ ਹੈ ਵਰਟੀਕਲ ਆਪੋਜ਼ਿਟ ਹੈ। ਅਗਰ ਸਾਈਡਾਂ ਦਿੱਤੀਆਂ ਹੋਈਆਂ ਹੈ ਤਾਂ ਅਸੀਂ ਕਹਿ ਸਕਦੇ ਇਹ ਸਿਮਿਲਰ ਹੋਣੀਆਂ, ਕਿਉਂ ਕਿਉਂਕਿ ਉਹਨਾਂ ਨੇ ਕੁਐਸਚਨ 'ਚ ਇਦਾਂ ਦੀ ਸਾਈਡਾਂ ਦਿੱਤੀਆਂ ਹੋਣੀਆਂ ਕਿ ਉਹ ਪ੍ਰਪੋਰਸ਼ਨਲ ਹੋਵੇ। ਅਗਰ ਇਹਦੇ ਨਾਲ ਆਹ ਸਾਈਡ ਪ੍ਰਪੋਰਸ਼ਨਲ ਹੋਗੀ ਤੇ ਇਹ ਐਂਗਲ ਤਾਂ ਬਰਾਬਰ ਹੈਗਾ ਹੀ ਹੈ, ਤਾਂ ਇਸ ਦਾ ਮਤਲਬ ਦੋ ਸਾਈਡਾਂ ਇੱਕ ਐਂਗਲ ਬਰਾਬਰ ਹੋ ਗਿਆ। ਤਾਂ ਬਿਨਾਂ ਸੋਲਵ ਕੀਤੇ ਅਸੀਂ ਕਿਆ ਦੱਸ ਸਕਦੇ ਕਿ ਇਹ ਕਿਹੜਾ ਰੂਲ ਹੋਣਾ, SAS। ਤੇ ਅਗਰ ਇਹ ਦੋ ਸਾਈਡਾਂ ਪ੍ਰਪੋਰਸ਼ਨਲ ਹੈ, ਇਹਨੂੰ ਵੀ ਮੈਂ ਸ਼ੋ ਕਰ ਦਿੰਦਾ ਤਾਂ SAOA ਕਿੰਨਾ ਹੈ 4, OB ਕਿੰਨਾ ਹੈ 6, OD 1 ਦੀ ਚੱਕੀ 5, OC ਇਹ ਕਿੰਨਾ ਹੈਗਾ 7.5। ਠੀਕ ਹੈ ਜੀ, ਤਾਂ 4.6 ਕੱਟ ਗਿਆ 2.3 पर चेक कर रखा तो ये आ गया 5 अपॉन इन्हों लिख सारा 75, ऊपर क्या चल गया 10, 10 कटिया 2 पर, एक कट गया 15 पर, एक इधर पर कट गया 2 पर, ये भी कितना है 2.3, ये भी कितना है 2.3। मैं पहले कहा था कि उन्होंने क्वेश्चन च साइडां ही ऐसी दित्तियां होणियां कि वो प्रपोर्शनल होवे। तो अगर ਅਸੀਂ ਨਾ ਵੀ ਚੈੱਕ ਕਰਨਾ ਹੋਵੇ ਤਾਂ ਸਾਨੂੰ ਪਤਾ ਹੋਣਾ ਕਿ ਅਗਰ ਸਾਈਡਾਂ ਪ੍ਰਪੋਰਸ਼ਨਲ ਹੈ, ਇਹਦੇ ਵਿਚਕਾਰ ਵਾਲਾ ਐਂਗਲ ਇਕੁਅਲ ਹੈ, ਤਾਂ ਬਿਨਾ ਅਸੀਂ ਹੱਥ ਚੱਕੇ ਬਿਨਾ ਪੈਨ ਚੱਕੇ ਅਸੀਂ ਦੱਸਤਾ ਕਿ ਇਹ ਭਾਈ ਜਿਹੜਾ ਕੁਐਸਚਨ ਹੈ ਇਹ SAS ਨਾਲ ਹੀ ਕਿਆ ਹੋਵੇਗਾ ਸਿਮਿਲਰ ਹੋਵੇਗਾ। ਠੀਕ ਹੈ, ਤਾਂ ਇਸੇ ਤਰੀਕੇ ਨਾਲ ਅਸੀਂ ਪਹਿਲੇ ਜਿਹੜੇ 5 MCQ ਹੈ ਉਹ ਸੋਲਵ ਕਰ ਲਏ। ਹਾਂਜੀ, ਤਾਂ ਸਾਡਾ 16 ਕੁਐਸਚਨ ਹੈ, ਕਹਿੰਦੇ ਇੱਕ ਕੋਈ ਵੀ ਚਾਈਲਡ ਹੈ, ਉਹਦਾ ਇੱਕ ਕਿਊਬ ਹੈ ਤੇ ਉਹਦੇ 6 ਫੇਸ ਹੈ ਤੇ 6 ਫੇਸ पर क्या लिखा हुआ A B A C D, A एक पर B एक पर फिर A फिर एक पर C एक पर D एक पर B। तो साडा क्वेश्चन है A ਦੀ प्रोबेबिलिटी क्या है, ਅਸੀਂ बिना सोल्व करे चेक कर लेना। A कितनी बार आ रहा है, एक बार 2 बार, टोटल कितनी बार है 6 बार, 2.6 कितना होना 1/3 डायरेक्ट आंसर, क्योंकि ये MCQ है, ਅਸੀਂ सोल्व भी नहीं करना इतना। तो A कितनी बार आ रहा 2 बार, टोटल कितनी बार है नंबर 6 बार, तो 2.6 प्रोबेबिलिटी कितनी आ गई 1/3। अगला कहते साढ़े भाई क्वेश्चन ਦਿੱਤੀ भी ਇਹਦੇ ਜ਼ੀਰੋਸ ਦੱਸੋ क्या आ गए। अगर ਅਸੀਂ ਇਹਦੇ ਜ਼ੀਰੋਸ ਪਤਾ ਕਰੀਏ ਨਾ, ਇਹ ਤੋਂ ਸਭ ਤੋਂ ਵਧੀਆ ਤਰੀਕਾ क्या है, ਆਹ ਸਾਡੇ ਕੋਲ ਇਕੁਏਸ਼ਨ ਹੈ, ਇਹਦੇ ਜ਼ੀਰੋਸ ਪਤਾ ਕਰਨ ਨਾਲੋਂ ਸਭ ਤੋਂ ਵਧੀਆ ਤਰੀਕਾ ਹੈ ਆਪਸ਼ਨ ਚੱਕੋ, ਉਹਨੂੰ ਪੁੱਟ ਕਰੋ, ਅਗਰ ਇਹ ਚ ਇੱਕ ਵੀ ਪੁਆਇੰਟ ਆਪਸ਼ਨ ਦਾ क्या होया। तो साडे पास नेक्स्ट क्वेश्चन है द जीरोस ऑफ द इक्वेशन। मैं ਤੁਹਾਨੂੰ ਇਹੀ ਕਿਹਾ था कि ਆ ਸਾਡੇ ਇਕੁਏਸ਼ਨ ਹੈ x² - 2√2x - 16। ਤਾਂ ਇਹ ਚ ਜਿਹੜੀ ਇਕੁਏਸ਼ਨ ਹੈ ਇਹਦੇ ਜ਼ੀਰੋਸ ਕਿਆ ਆ ਗਏ, ਤਾਂ ਸੇਮ ਹੈ, ਮੈਂ ਤੁਹਾਨੂੰ ਕਿਹਾ ਕਿ ਇਹਦਾ ਸਭ ਤੋਂ ਬੈਸਟ ਤਰੀਕਾ ਕਿਆ ਹੈ, x ਦੀਆਂ ਵੈਲਿਊ ਪੁੱਟ ਕਰੋ ਅਤੇ x ਦੀ ਜਿਹੜੀ ਵੈਲਿਊ ਇਹ ਚ ਸੈਟੀਸਫਾਈ ਕਰਦੀ ਪਈ ਇੱਕ, ਤਾਂ ਉਹ ਸਾਡਾ ਹੋਣਾ। ਤਾਂ ਸਭ ਤੋਂ ਪਹਿਲਾਂ ਅਸੀਂ √2 ਪੁੱਟ ਕਰਕੇ ਦੇਖਦੇ ਹਾਂ, √2 ਦਾ ਸਕੁਅਰ 2 √2 into √2 minus 16, √2 ਦਾ ਸਕੁਅਰ 2, √2 into √2 2, 2 into 2 4 minus 16। किसी भी हाल से जीरो नहीं आना, ये मतलब ए ऑप्शन हो नहीं सकती। देखो कितना इजीली पता लग गया कि ए ऑप्शन हो ही नहीं सकती। सेकंड ਅਸੀਂ 4 √2 ਪੁੱਟ ਕਰਦੇ ਹਾਂ, देखो 4 √2 ਨਾ ਦੋ ਆਪਸ਼ਨਾਂ ਚ ਹੈ, ਅਸੀਂ ਕੰਮ ਕਰਦੇ ਹਾਂ ਪਹਿਲਾਂ ਜੋ 4 √2 ਪੁੱਟੇ ਕਰਕੇ ਦੇਖਦੇ ਹਾਂ। x² 2 √2x - 16, अगर मैं 4 √2 पुट करा 4 ਦਾ ਸਕੁਅਰ 16, 16 √2 ਦਾ ਸਕੁਅਰ 2, 16 into 2 कितना हो गया 32, √2 into √2 कल्ला 2, 2 into √2 ना √2 कल्ला 2 बढ़ गया, 2 into 4 8, 8 into 2 16, ਤੇ ਆ ਵੀ ਕਿੰਨਾ ਹੈ 16, ਤੇ 4 ਕਰਕੇ ਕਿੰਨਾ ਆ ਗਿਆ 0। ਇਹਦਾ ਮਤਲਬ 4 √2 ਪਲੱਸ ਵਾਲਾ ਹੋਣਾ ਚਾਹੀਦਾ। ਤਾਂ ਆਹ ਆਪਸ਼ਨ ਤੇ ਆਹ ਆਪਸ਼ਨ ਨਾਲ ਮੈਚ ਹੋ ਗਿਆ। ਹੁਣ ਅਸੀਂ ਚੈੱਕ ਕਰਦੇ ਹਾਂ ਕਿ 2 √2 ਪਲੱਸ ਵਾਲਾ ਹੋਣਾ ਤੇ 2 √2 ਮਾਈਨਸ ਵਾਲਾ ਹੋਣਾ। ਤਾਂ ਫਿਰ x² ਤਾਂ 2 √2 ਪਲੱਸ ਵਾਲਾ ਪੁੱਟ ਕਰਦੇ ਹਾਂ, 2 ਦਾ ਸਕੁਅਰ 4, √2 ਦਾ ਸਕੁਅਰ 2, 4 into 2 8,
अंडर रूट 2 कला 2 2 इंटू 2 4 4 इंटू 2 8 -16 ਇਹ ਕਿਸੇ ਵੀ ਹਾਲ 'ਚ 0 ਨਹੀਂ ਆ ਰਿਹਾ ਇਹਦਾ ਮਤਲਬ ਮਾਈਨਸ ਜਿਹੜੀ ਸਾਡੀ ਪੋਜ਼ਿਟਿਵ ਵਾਲਾ ਤਾਂ ਹੈ ਨਹੀਂ ਹੈ ਅਗਰ ਪੋਜ਼ਿਟਿਵ ਵਾਲਾ ਨਹੀਂ ਹੈ ਤਾਂ ਕਿਹੜਾ ਬਚ ਗਿਆ ਸਾਡੇ ਪਾਸ ਨੈਗੇਟਿव वाला से अगला सोल्व भी नहीं करना सीधा ऑप्शन आ गई साडे पास तो मैं ਤੁਹਾਨੂੰ ਕਿਹਾ अगर साडे रूट्स नहीं फाइंड हो रहे तो सब तो बेस्ट तरीका क्या है कि तुसी इक्वेशन चको ते उस इक्वेशन ਨੂੰ ही पुट करके देख लो ਜਿਹੜਾ आ ਰਿਹਾ तो साडा 18 क्वेश्चन आ गया था 0.2, 1 डिवाइड द कहने साडे पास एक पॉइंट है ए ते बी ए है 1, -1 ਤੇ b है साडे पास 3,6 ਤੇ ਕੋਈ ਵੀ ਵਿੱਚ ਪੁਆਇੰਟ ਹੈ 2,1 ਜਿਹੜਾ ਇਹਨੂੰ ਡਿਵਾਈਡ ਕਰਦਾ ਪਿਆ ਕਿੰਨੀ ਰੇਸ਼ੀਓ ਡਿਵਾਈਡ ਕਰਦਾ ਆਪਣਾ ਅਗਰ ਕਦੇ ਵੀ ਰੇਸ਼ੀਓ ਫਾਈਂਡ ਕਰਨ ਨੂੰ ਆ ਗਈ ਤਾਂ ਅਸੀਂ ਕਿੰਨੀ ਰੇਸ਼ੀਓ ਮੰਨਣੀ k ਰੇਸ਼ੀਓ 1 ਕਿੰਨੀ ਰੇਸ਼ੀਓ ਮੰਨਣੀ k ਰੇਸ਼ੀਓ 1 ਤੇ ਫਾਰਮੂਲਾ ਤੁਹਾਨੂੰ ਮਾਲੂਮ ਹੈ ਕਿ 2,1 ਦੇ ਕੋਆਰਡੀਨੇਟ ਕਿਹਦੇ ਬਰਾਬਰ ਹੋਣੇ m ਨੂੰ x2 ਨਾਲ x1 y1 x2 y2 m ਰੇਸ਼ੀਓ n ਤਾਂ m ਨੂੰ x2 ਨਾਲ 3 k 3k n ਨੂੰ x1 ਨਾਲ 1 ਨੂੰ 1 ਨਾਲ ਕੀਤਾ 1 अपॉन m plus 1 ਹੁਣ ਸਾਨੂੰ ਪਤਾ ਹੈ ਕਿ ਅਸੀਂ MCQ ਵਾਸਤੇ ਕਰਦੇ ਪਏ ਤਾਂ ਅਸੀਂ ਕੁਐਸਚਨ ਨੂੰ ਸ਼ਾਰਟ ਤਰੀਕੇ ਨਾਲ ਕਰਨਾ ਇਹ ਸਾਡਾ x ਕੋਆਰਡੀਨੇਟ ਹੋਣਾ ਅੱਗੇ ਸਾਡੇ ਕੋਲ y ਕੋਆਰਡੀਨੇਟ ਹੋਣਾ ਅਸੀਂ ਸਿੱਧਾ x ਕੋਆਰਡੀਨੇਟ ਨੂੰ ਬਰਾਬਰ ਕਰ ਦਿੰਦੇ ਹਾਂ ਤਾਂ 2k ਦੇ ਬਰਾਬਰ ਹੋ ਗਿਆ 3k plus 1 upon k plus 1 y ਕੋਆਰਡੀਨੇਟ ਪਤਾ ਕਰ ਸਕਦੇ ਲੇਕਿਨ MCQ ਵਾਸਤੇ ਅਸੀਂ ਨਹੀਂ ਪਤਾ ਕਰਨਾ ਕਿਉਂਕਿ ਅਸੀਂ ਸ਼ਾਰਟ ਟ੍ਰਿਕ ਅਪਲਾਈ ਕਰਨੀ ਅਸੀਂ ਕੱਲਾ x ਕੋਆਰਡੀਨੇਟ ਬਰਾਬਰ ਕਰਤਾ ਇਹ ਉਧਰ ਚੱਲ ਗਿਆ 2 into k plus 1 is equal to 3k plus 1 ये आ गया 2k plus 2 is equal to 3k plus 1 ये उधर जाके माइनस हो गया 2k उधर गया 3k जो 2k गया 1 तो ये 1 इधर चल गया 2 minus 1 1 तो k की वैल्यू 1 आ गई तो k की वैल्यू 1 आ गई तो रेशियो क्या आ गई 1 रेशियो 1 ਅਸੀਂ ਸੌਖਾ ਕਰਨ ਵਾਸਤੇ y ਕੋਆਰਡੀਨੇਟ ਪਤਾ ਹੀ ਨਹੀਂ ਕੀਤਾ ਸਿੱਧਾ x ਦੇ ਬਰਾਬਰ ਕਰਤਾ ਤਾਂ ਜਦੋਂ ਇੱਥੇ 3k ਦੀ ਵੈल्यू ਕਿੰਨੀ ਆ ਗਈ 1 ਤਾਂ ਰੇਸ਼ੀਓ ਕਿਆ ਬਣੀ ਸੀ k ਰੇਸ਼ੀਓ 1 ਤਾਂ ਰੇਸ਼ੀਓ ਕਿੰਨੀ ਆ ਗਈ 1 ਰੇਸ਼ੀਓ 1 ਸਾਡਾ ਆਨਸਰ ਆ ਗਿਆ अगला क्वेश्चन देख रहे हैं कहते साडे पास जिहड़ी इक्वेशन दिती भी x² - x + 1 इस इक्वेशन दे रूट्स दोने रियल होने सानू मालूम है मैं पहला दस्या था कि रूट्स रियल कद हुंदे अगर साडा जो डिस्क्रिमिनेंट है जिहड़ा हुंदा b² - 4ac ਉਹ ਕਿਹਦੇ ਬਰਾਬਰ ਆ ਜਾਵੇ 0 ਦੇ ਜੋ ਸਾਡਾ ਡਿਸਕ੍ਰਿਮੀਨੈਂਟ ਹੈ b² - 4ac ਸੌਰੀ ਕਿਹਦੇ ਬਰਾਬਰ ਆ ਜਾਵੇ 0 ਦੇ ਜਾਂ ਤਾਂ 0 ਦੇ ਬੜਾ ਆ ਜਾਵੇ ਅਗਰ 0 ਆ ਗਿਆ ਤਾਂ ਰੂਟਸ ਰੀਅਲ ਤਾਂ ਹੋਣੇ ਲੇਕਿਨ ਦੋਨੇ ਇਕੁਅਲ ਹੋਣੇ ਅਗਰ 0 ਦੇ ਬੜਾ ਆ ਗਿਆ ਤਾਂ ਰੂਟਸ ਰੀਅਲ ਹੋਣੇ ਲੇਕਿਨ ਅਨਇਕੁਅਲ ਹੋਣੇ ਉਹਨਾਂ ਨੇ ਸਿਰਫ ਕਾਹਦੀ ਗੱਲ ਕੀਤੀ ਵੀ ਕਿ ਰੂਟਸ ਰੀਅਲ ਹੋਣੇ ਚਾਹੀਦੇ ਇਕੁਅਲ ਅਨਇਕੁਅਲ ਦੀ ਗੱਲ ਨਹੀਂ ਕੀਤੀ ਵੀ ਤਾਂ ਸਾਡਾ b² - 4ac 0 ਤੇ ਬੜਾ ਵੀ ਆ ਸਕਦਾ 0 ਦੇ ਬਰਾਬਰ ਵੀ ਆ ਸਕਦਾ ਤਾਂ ਪੁੱਟ ਕਰੋ ਸਾਨੂੰ ਪਤਾ ਹੈ x² ਨਾਲ ਜੋ ਲੱਗਿਆ ਹੁੰਦਾ a x ਨਾਲ ਜੋ ਲੱਗਿਆ ਹੁੰਦਾ b ਕੱਲਾ ਹੁੰਦਾ c ਤੇ x² ਨਾਲ ਕੁਝ ਨਹੀਂ ਲੱਗਿਆ 1 ਤਾਂ ਹੋਣਾ ਹੀ ਹੈ x ਨਾਲ ਮਾਈਨਸ ਲੱਗਿਆ ਤਾਂ -1 ਕਾਂਸਟੈਂਟ ਕਿੰਨਾ ਆ ਗਿਆ ਸਾਡਾ 1 ਤਾਂ ਪੁੱਟ ਕਰੋ b ਦਾ ਸਕੁਅਰ -4 into a into c b ਦਾ ਸਕੁਅਰ -4 into a into c -1 ਦਾ ਸਕੁਅਰ 1 -4 ਤਾਂ ਕਿੰਨਾ ਆ ਗਿਆ -3 ਤਾਂ 0 ਤੇ ਛੋਟਾ ਆ ਗਿਆ ਤਾਂ ਮਤਲਬ रूट्स रियल नहीं है रूट्स रियल नहीं है तो असर्शन का साडा क्या हो गया गलत हो गया ते किसी भी इक्वेशन दे रूट्स रियल पास होंगे अगर b² - 4ac 0 ते बड़ा है बिल्कुल सही गल है तो असर्शन का साडा गलत है रीजन सही है तो साडी सी ऑप्शन आ गई इसका सी ऑप्शन क्या होगी कि असर्शन सही है ते रीजन गलत है अगला क्वेश्चन द वैल्यू ऑफ द ट्रिग्नोमेट्रिक फंक्शन does not depend on the length of side of triangle ਹੁਣ ਸਾਨੂੰ ਪਤਾ ਹੈ sin थीटा cos थीटा tan थीटा ਸੀ ਜੋ ਵੀ ਪਤਾ ਕਰਦੇ ਹੁੰਦੇ ਉਹ ਕੀ ਹੁੰਦਾ perpendicular upon hypotenuse base upon hypotenuse ਉਹ ਸਾਈਡਾਂ ਪਰ ਤਾਂ ਡਿਪੈਂਡ ਕਰਦਾ ਹੈ ਉਹ ਟ੍ਰਾਇੰਗਲਾਂ ਦੀ ਸਾਈਡਾਂ ਪਰ ਤਾਂ ਡਿਪੈਂਡ ਕਰਦਾ ਹੈ ਲੇਕਿਨ ਇਹ ਕਹਿੰਦੇ ਸਾਈਡਾਂ ਪਰ ਡਿਪੈਂਡ ਨਹੀਂ ਕਰਦਾ ਕਿਉਂਕਿ ਸਾਈਡਾਂ ਦੇ ਬੇਸ ਤੇ ਹੀ ਅਸੀਂ ਕਹਿ ਸਕਦੇ ਹਾਂ ਐਂਗਲ ਪਰ ਡਿਪੈਂਡ ਕਰਦਾ ਹੁੰਦਾ sin थीटा ਹੁੰਦਾ ਸਾਡੇ ਪਾਸ ਲੇਕਿਨ ਉਹ ਐਂਗਲ ਦੇ ਨਾਲ ਹੀ ਤਾਂ ਸਾਈਡਾਂ ਨਿਰਧਾਰਿਤ ਹੁੰਦੀਆਂ ਇਸ ਖਾਤਰ ਇਹ ਸਾਡੀ ਚੀਜ਼ ਗਲਤ ਹੈ ਤੇ ਦੂਸਰਾ in triangle ABC angle A 90 है तो sin भी 1 ਦੇ ਛੋਟਾ ਹੋਣਾ cos भी 1 ਦੇ ਛੋਟਾ ਹੋਣਾ ਯਾਦ ਰੱਖਿਓ ਅਗਰ angle A 90 ਹੈ triangle ABC ਦੇ ਵਿੱਚ angle A ਕਿਆ ਹੈਗਾ ਸਾਡਾ 90 ਗਾ ਤਾਂ B ਤੇ C ਦੋਨੇ 90 ਦੇ ਛੋਟੇ ਹੋਣੇ ਕਿਉਂਕਿ triangle ਦੇ ਤਿੰਨੇ ਐਂਗਲ ਦਾ ਸਮ 180 ਹੁੰਦਾ ਅਗਰ ਇੱਕ ਐਂਗਲ 90 ਆ ਗਿਆ ਤਾਂ ਦੋਹਾਂ ਦਾ ਸਮ ਹੁਣ 90 ਹੋਣਾ ਇਹਦਾ ਮਤਲਬ ਜਿਹੜੇ ਦੋਨੇ ਬਚ ਗਏ 90 ਤੇ ਤਾਂ ਛੋਟੇ ਹੋਣੇ 90 ਦੇ ਛੋਟੇ ਹੁਣ sin ਇਹਦਾ ਮਤਲਬ b 90 ਤੇ ਛੋਟਾ ਹੋਣਾ sin b 90 ਕਿੰਨੇ ਪਰ ਦੇ ਰਿਹਾ ਤੁਹਾਨੂੰ ਮਾਲੂਮ ਹੈ sin b ਜਿਹੜਾ ਵੀ 90 ਦਿੰਦਾ ਹੈ ਉਹ
90 ਸੌਰੀ sin 1 90 ਡਿਗਰੀ ਪਰ ਦਿੰਦਾ ਤੇ b ਦਾ 90 ਹੈ ਤਾਂ ਇਹਦਾ ਮਤਲਬ 1 ਦੇ ਛੋਟਾ ਹੋਣਾ ਬਿਲਕੁਲ ਸਹੀ ਗੱਲ ਹੈ। ਤੇ ਉਸ ਤੋਂ ਬਾਅਦ cos b 1 ਦੇ ਘੱਟ, ਹਾਂ ਫਿਰ ਉਹੀ b ਹੈ ਸਾਡਾ ਕੀ ਆਗਾ 90 ਤੇ ਛੋਟਾ ਹੈ, ਲੇਕਿਨ cos 1 ਕਿੰਨੇ ਪਰ ਦਿੰਦਾ 0 ਪਰ, ਐਂਗਲ b 0 ਤਾਂ ਕਦੇ ਹੋ ਨਹੀਂ ਸਕਦਾ, इसका मतलब ਇਹ ਵੀ 1 ਤੇ ਛੋਟਾ ਹੋਣਾ ਬਿਲਕੁਲ ਸਹੀ ਗੱਲ ਹੈ। ਤੇ ਇਹਦਾ ਵੀ C ਆਪਸ਼ਨ ਹੋਗੀ ਕਿ ਅਸਰਸ਼ਨ ਸਾਡਾ ਸਹੀ ਗਲਤ ਹੈ ਤੇ ਰੀਜ਼ਨ ਸਾਡਾ ਸਹੀ ਹੈ। ਸਮਝ ਗਿਆ ਕਿ ਨਹੀਂ? ਤਾਂ ਇਹ ਅਸੀਂ ਅੱਜ ਦੀ 20 ਜਿਹੜੇ MCQ ਹੈ ਇਹ ਕੀਤੇ। ਇਸੇ ਤਰੀਕੇ ਦੇ ਨਾਲ ਕੱਲ ਤੇ ਅਸੀਂ ਜੋ ਸੈਕਸ਼ਨ B ਹੈ ਉਹ ਸ਼ੁਰੂ ਕਰ ਦੇਣਾ, ਜਿਹਦੇ ਵਿੱਚ ਸਾਡੇ 2 ਮਾਰਕਸ ਜਾਂ 3 ਮਾਰਕਸ ਦੇ ਬੇਸਿਸ ਤੇ ਕੁਐਸਚਨ ਆ ਸਕਦੇ। ਇਹ ਜਿਹੜੀ ਅਸੀਂ ਵੀਡੀਓ ਦੀ ਸੀਰੀਜ਼ ਬਣਾ ਰਹੇ ਪੰਜਾਬ ਬੋਰਡ CBSE ਸਟੈਂਡਰਡ ਤੇ ਬੇਸਿਕ ਲੈਵਲ ਦੇ ਵਾਸਤੇ ਗਈ ਤੇ ਇਸ ਦੇ ਵਿੱਚ ਤੁਹਾਨੂੰ ਮੈਂ ਇਸ ਸਾਲ ਦੇ ਵਿੱਚ ਜਿਹੜੇ ਸਭ ਤੋਂ ਇੰਪੋਰਟੈਂਟ ਮੋਸਟ ਐਕਸਪੈਕਟਡ ਕੁਐਸਚਨਸ ਹੈ ਉਹ ਤੁਹਾਨੂੰ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਪੇਪਰ ਐਗਜ਼ਾਮ ਵਿਊ ਦੇ ਨਾਲ, ਜਿਹਦੇ ਵਿੱਚ ਤੁਹਾਨੂੰ ਮੈਂ ਕਲੀਅਰ ਕਨਸੈਪਟ ਵੀ ਦੱਸੂੰਗਾ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ, ਇਸ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ, ਕਮੈਂਟ ਕਰੋ ਤੇ ਨਾਲ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਇਸੇ ਤਰੀਕੇ ਦੀ ਹੋਰ ਵੀਡੀਓ ਤੁਹਾਡੇ ਵਾਸਤੇ ਮੈਂ ਲੈ ਕੇ ਆ ਸਕਾਂ। ਥੈਂਕ ਯੂ।